ਸਦਾ ਗਾਓ। ਇਹੋ ਸੱਚੀ ਬਾਣੀ ਮੂਕ ਉਚਰੈ ਸ਼ਾਸਤਰ ਖਾਟ। ਪਿੰਗ ਗੇਰਨ ਚੜ੍ਹ ਜਾਏ ਅੰਧ ਲਖੈ ਬਦਰੁ ਸੁਣੈ। ਜਾਉ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਨੇ ਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੈ ਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਪਹਿਲ ਪੁਰੀਏ ਪੁੰਡਰਕ ਬਨਾ। ਤਾਚੇ ਹੰਸਾ ਸਗਲੇ ਜਨਾ। ਪਹਿਲ ਪੁਰੀਏ ਪੁੰਡਰਕ ਬਨਾ। ਤਾਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬੇਰਾ ਅਥੋਨ ਪੁਰਸਾਦ ਮਰਾ। ਅਸ ਗਾ ਅਸ ਉਸ ਗਾ ਹਰ ਕਾ ਬਾਗਰਾ। ਨਾਚੈ ਪਿੰਧੀ ਮੈਂ ਸਾਗਰਾ। ਰਹਾਉ ਨਾਚੰਤੀ ਗੋਪੀ ਜਨਾ। ਨਈਆ ਤੇ ਬੈਰੇ ਕੰਨਾ। ਤਰਕ ਨਾ ਚਾ ਭ੍ਰਮੀਆਂ ਚਾ। ਕੇਸਵਾ ਬਚੌਨੀ ਅਈਏ ਮਈਏ ਏਕ ਆਨ ਜੀਉ। ਪਿੰਧੀ ਉਬਕਲੇ ਸੰਸਾਰਾ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ। ਆਲਾ ਤੇ ਨਿਵਾਰਣਾ ਜਮ ਕਾਰਣਾ। ਤੂੰ ਕੁਨ ਰੇ ਮੈਂ ਜੀ ਨਾਮ ਹੋ ਜੀ। ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 693 ਤੋਂ ਆਰੰਭ ਹੋ ਕੇ 694 ਤੇ ਸ਼ਬਦ ਸੰਪੂਰਨ ਹੈ। ਸੋ ਭਗਤ ਜੀ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਕੀ ਸੋਝੀ ਬਖਸ਼ਿਸ਼ ਕਰਦੇ ਨੇ। ਆਓ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਪਹਿਲ ਪੁਰੀਏ ਪੁੰਡਰਕ ਵਨਾ। ਇਸ ਸੰਸਾਰ ਦੇ ਉੱਤੇ ਜਦੋਂ ਕੁਝ ਵੀ ਨਹੀਂ ਸੀ, ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਰਚੀ ਕਰਤੇ ਪੁਰਖ ਨੇ, ਪਹਿਲ ਪੁਰੀਏ ਪਹਿਲਾਂ ਕੀ ਸੀ, ਪਹਿਲਾ ਪਹਿਲ। ਪੁੰਡਰਕ ਵਨਾ, ਪੁੰਡਰਕ ਸੋ ਕਮਲ ਦੇ ਫੁੱਲ ਵਾਂਗ ਸੀ ਸਾਰੇ, ਐਨ ਬਿਲਕੁਲ ਸਾਫ ਜਨਾ। ਪਹਿਲ ਪੁਰੀਏ ਪੁੰਡਰਕ ਵਨਾ, ਜਿਵੇਂ ਕਮਲ ਫੁੱਲ ਦਾ ਖੇਤ ਹੁੰਦਾ ਇੰਝ ਸੀ। ਇਹ ਸਤਿਯੁਗ ਦਾ ਸੀਨ ਖਿੱਚਿਆ, ਇਹ ਸੱਚਖੰਡ ਦਾ ਸੀਨ ਖਿੱਚਿਆ ਹੋਇਆ ਵੀ ਸੱਚਖੰਡ ਦੇ ਵਿੱਚ ਕੀ ਸੀ, ਕਹਿੰਦੇ ਪੁੰਡਰਕ ਵਨਾ। ਸੋ ਸਾਰੇ ਹੀ ਕੌਲ ਦੇ ਫੁੱਲ ਖਿੜੇ ਹੋਏ ਸੱਚਖੰਡ ਦੇ ਵਿੱਚ, ਸਾਰੇ ਹੀ ਸੋ ਖਿੜੇ ਹੋਏ ਨੇ। ਸਭਨਾਂ ਦੇ ਅੰਦਰ ਵਿਗਾਸ ਹੈ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਖੇੜਾ ਹੀ ਖੇੜਾ ਹੈ। ਇਹ ਸਤਿਯੁਗ ਦਾ ਸੀਨ ਖਿੱਚਿਆ ਹੋਇਆ ਹੈ। ਤਾਚੇ ਹੰਸਾ ਸਗਲੇ ਜਨਾ। ਸੋ ਸਾਰੇ ਹੀ ਹੰਸ ਸੀ, ਜਨਾ ਸਾਰੇ ਜਨ ਜਿਹੜੇ ਸੀ ਹੰਸ ਸੀ ਉੱਥੇ। ਸੋ ਭਾਵ ਕੋਈ ਮੈਲ ਨਹੀਂ ਸੀ, ਕੋਈ ਭਰਮ ਨਹੀਂ ਸੀ, ਕਿਸੇ ਕਿਸਮ ਦੀ ਕੋਈ ਵਿਚਾਰ ਹੀ ਨਹੀਂ ਸੀ। ਸੋ ਕੁਝ ਵੀ ਨਹੀਂ ਸੀ, ਜਨ ਮਨ ਹੀ ਨਹੀਂ ਸੀ ਤੇ ਵਿਚਾਰ ਕਿੱਥੋਂ, ਮੈਲ ਕਿੱਥੋਂ ਹੋਣੀ ਆ, ਮਨ ਹੀ ਨਹੀਂ ਸੀ। ਸੋ ਤਾਚੇ ਹੰਸਾ ਸਗਲੇ ਜਨਾ, ਜਿੰਨੇ ਵੀ ਜੀਵ ਨੇ ਸੋ ਸਾਰੇ ਉਹ ਬ੍ਰਹਮ ਦਾ ਹਿੱਸਾ ਆ, ਸਾਰੇ ਬ੍ਰਹਮ ਦਾ ਸਰੂਪ ਨੇ। ਕਿਉਂਕਿ ਉੱਥੇ ਦਰਗਾਹ ਦੇ ਵਿੱਚ ਸਾਰੇ ਹੀ ਹੰਸ ਸੀ, ਸਾਰੇ ਬ੍ਰਹਮ ਰੂਪ ਸੀਗੇ। ਕਹਿੰਦੇ ਕ੍ਰਿਸ਼ਨਾ ਤੇ ਜਨ ਹਰ ਹਰ ਨਾਚੰਤੀ ਨਾਚਨਾ। ਕ੍ਰਿਸ਼ਨਾ ਮਨ ਨੂੰ ਕਹਿ ਦਿੱਤਾ। ਸੋ ਮਨ ਪੈਦਾ ਹੋਇਆ ਜਦੋਂ ਇਹ ਨੱਚਿਆ। ਜਿੱਦਾਂ ਬਰਫ਼ ਹੁੰਦੀ ਹੈ, ਬਰਫ਼ ਜਿੰਨਾ ਚਿਕਰ ਤਾਂ ਬਰਫ਼ ਹੈ ਇਹ ਪਹਾੜਾਂ ਦੇ ਉੱਤੇ ਜੰਮੀ ਹੋਈ ਹੈ। ਜਦੋਂ ਇਹਦੇ ਵਿੱਚ ਹਿੱਲ ਜੁਲ ਪੈਦਾ ਹੁੰਦੀ ਹੈ, ਬਰਫ਼ ਦੇ ਵਿੱਚ ਜਦੋਂ ਹਿੱਲ ਜੁਲ ਪੈਦਾ ਹੋ ਜਾਵੇ, ਉਹਦੇ 'ਚ ਪਾਣੀ ਜਿਹੜਾ ਉਹ ਥੱਲੇ ਨੂੰ ਵਗਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਪਹਿਲੋਂ ਤਾਂ ਇਹ ਬਰਫ਼ ਰੂਪ ਸੀ, ਜਦੋਂ ਹੰਸ ਰੂਪ ਸੀ, ਸੱਚਖੰਡ ਦੇ ਵਿੱਚ ਬਰਫ਼ ਰੂਪ ਸੀ, ਜੰਮਿਆ ਹੋਇਆ ਸੀ। ਜਦੋਂ ਹੀ ਹਿੱਲ ਜੁਲ ਪੈਦਾ ਹੋਈ ਅਤੇ ਢਲਿਆ, ਮਨ ਬਣਿਆ, ਮਨ ਨੱਚਿਆ। ਹੈ ਤਾਂ ਉਹਦੀ ਅੰਸ਼ ਨਾ। ਕਹਿੰਦੇ ਕ੍ਰਿਸ਼ਨਾ ਤੇ ਜਨ ਊ ਹਰ ਹਰ ਨਾਚੰਤੀ ਨਾਚਨਾ। ਮਨ ਕ੍ਰਿਸ਼ਨਾ ਹੋਇਆ, ਮਨ ਨੱਚਿਆ, ਪਰ ਮਨ ਦੇ ਵਿੱਚ ਨੱਚਿਆ ਕੌਣ? ਉਹ ਆਪ ਹਰੀ। ਮਨ ਉਸ ਹਰੀ ਦੇ ਹੁਕਮ ਦੇ ਵਿੱਚ ਹੀ ਨੱਚਿਆ। ਸੋ ਭਾਵ ਇਹ ਜਦੋਂ ਸੰਸਾਰ ਬਣਦਾ, ਉਹਦੇ ਹੁਕਮ ਦੇ ਵਿੱਚ ਹੀ ਸੰਸਾਰ ਬਣਦਾ, ਉਹਦੇ ਹੁਕਮ ਦੇ ਵਿੱਚ ਹੀ ਮਨ ਕ੍ਰਿਸ਼ਨਾ ਹੋਇਆ। ਖਿੱਚ ਪੈਦਾ, ਕ੍ਰਿਸ਼ਨਾ ਖਿੱਚ ਨੂੰ ਕਹਿੰਦੇ ਨਾ, ਖਿੱਚ ਪੈਦਾ ਹੋ ਜਾਣੀ, ਖਿੱਚ ਪੈਦਾ ਹੋ ਗਈ। ਖਿੱਚ ਪੈਦਾ ਹੋਈ ਤਾਂ ਇਹ ਨੱਚਿਆ। ਜਿੰਨਾ ਚਿਕਰ ਖਿੱਚ ਨਹੀਂ ਪੈਦਾ ਹੋਈ ਇਹ ਅਡੋਲ ਸੀਗਾ, ਇਹ ਬਰਫ਼ ਬਣਿਆ ਹੋਇਆ ਸੀ, ਸੱਚਖੰਡ ਦੇ ਵਿੱਚ ਸੀਗਾ। ਜਦੋਂ ਖਿੱਚ ਪੈਦਾ ਹੋਈ, ਹਿੱਲ ਜੁਲ ਹੋ ਗਈ, ਨੱਚਿਆ, ਢਲਿਆ। ਸੋ ਭਾਵ ਜਦੋਂ ਸੰਸਾਰ ਦੀ ਉਤਪਤੀ ਹੁੰਦੀ ਹੈ ਤਾਂ ਹਰ ਹਰ ਨਾਚੰਤੀ ਨਾਚਨਾ, ਹਰੀ ਦੇ ਹੁਕਮ ਦੇ ਵਿੱਚ ਹੀ ਹੋਇਆ ਨਾ। ਉਹਨੇ ਨਚਾਇਆ ਤਾਂ ਨੱਚਿਆ, ਨੱਚਿਆ ਮਾਇਆ ਦੁਆਰਾ ਆ। ਅਤੇ ਮਾਇਆ ਕਿਹਦੀ ਬਣੀ ਹੈ? ਮਾਇਆ ਉਸ ਦੇ ਹੁਕਮ ਦੇ ਵਿੱਚ ਹੀ ਬਣੀ। ਮਾਇਆ ਬਣੀ ਤਾਂ ਮਨ ਬਣਿਆ, ਮਾਇਆ ਦੇ ਹੁਕਮ ਦੇ ਵਿੱਚ ਇਹ ਨੱਚਿਆ। ਕਹਿੰਦੇ ਪਹਿਲ ਪੁਰ ਸਾਬੇਰਾ, ਜੋ ਉਹਦਾ ਪਹਿਲਾ ਸਿਸਟਮ ਸੀ ਜੀਵ ਦਾ, ਜਿੰਨਾ ਚਿਕਰ ਇਹ ਸੰਸਾਰ ਨਹੀਂ ਸੀ ਹੋਂਦ ਵਿੱਚ ਆਇਆ, ਉੱਥੇ ਸਾਬਰਾ ਸੀ। ਸਾਬਰਾ ਸੰਤੋਖ ਨੂੰ ਕਹਿੰਦੇ ਆ।
ਜਦੋਂ ਸੱਚਖੰਡ ਵਿੱਚ ਸੀ ਉਦੋਂ ਇਹ ਸਾਵਰਾ ਸੀਗਾ, ਸਾਬਤ ਸੀ, ਅਧੂਰਾ ਨਹੀਂ ਸੀ, ਪੂਰਾ ਸੀ। ਪੂਰਾ ਹੋਣ ਕਰਕੇ ਸੰਤੋਖੀ ਜੀਵਨ ਸੀਗਾ। ਸੋ ਪਹਿਲ ਪੁਰ ਸਾਵਰਾ, ਇਹ ਸਬੂਤਾ ਸੀਗਾ, ਪੂਰਾ ਸੀ, ਸੰਤੋਖ ਦੇ ਘਰ ਵਿੱਚ ਹੀ ਸੀ। ਅਥੋਨ ਪੁਰ ਸਾਧ ਮਰਾ, ਜਦੋਂ ਸੰਸਾਰ ਦੀ ਖੇਡ ਪਰਮੇਸ਼ਰ ਨੇ ਬਣਾਈ ਹੈ, ਇਹ ਮਰਿਆ ਹੈ ਨਾ, ਸਵਾਦਾਂ ਵਿੱਚ ਮਰਿਆ। ਅਥੋਨ, ਅਥੋਨ ਹੁੰਦਾ ਬਾਅਦ ਵਿੱਚ, ਫਿਰ ਕੀ ਹੋਇਆ? ਸਾਧ ਮਰਾ, ਸਾਧਾਂ 'ਚ ਪੈ ਗਿਆ। ਇਸ ਸੰਸਾਰ 'ਤੇ ਆਣ ਕੇ ਜਿਹੜਾ ਜੀਵ ਹੈ ਇਹ ਸਵਾਦਾਂ ਦੇ ਵਿੱਚ ਪੈ ਜਾਂਦਾ। ਜਿਹੜੇ ਸਵਾਦ ਨੇ ਉਹੀ ਇਸ ਦੀ ਮੌਤ ਦਾ ਕਾਰਨ ਬਣਦੇ ਨੇ। ਸਵਾਦਾਂ ਵਿੱਚ ਪਿਆ ਹੋਣ ਕਰਕੇ ਹੀ ਇਹ ਜਿਹੜਾ ਜੀਵ ਹੈ ਵਾਰ ਵਾਰ ਜੰਮਦਾ, ਵਾਰ ਵਾਰ ਮਰਦਾ। ਸਵਾਦਾਂ ਵਿੱਚ ਨਾ ਹੋਵੇ, ਜਿਹੜੇ ਸਾਡੇ ਗਿਆਨ ਇੰਦਰੀਆਂ ਦੇ ਸਵਾਦ, ਅੱਖਾਂ ਦਾ ਵੱਖਰਾ ਸਵਾਦ ਹੈ, ਕੰਨਾਂ ਦਾ ਵੱਖਰਾ ਸਵਾਦ ਹੈ, ਜੀਭਾ ਦਾ ਵੱਖਰਾ ਸਵਾਦ ਹੈ, ਇਹ ਸਾਧ ਮਰਾ, ਸਵਾਦਾਂ ਦੇ ਵਿੱਚ ਇਹ ਮਰਿਆ। ਸਵਾਦਾਂ ਨੇ ਇਹਨੂੰ ਮਾਰ ਦਿੱਤਾ, ਇੰਝ ਕਹਿ ਲਓ। ਅਥੋਨ ਪੁਰ ਸਾਧ ਮਰਾ, ਅਸਗਾ ਅਸ ਉਸਗਾ, ਅਸਗਾ ਤੇ ਉਸਗਾ, ਅਸ ਹੁੰਦਾ ਅਤੇ, ਅਸਗਾ ਇਹ, ਉਸਗਾ ਉਹ। ਸੁਭਾਵ ਆਤਮਾ ਤੇ ਪਰਮਾਤਮਾ, ਅਸਗਾ ਅਸ ਉਸਗਾ, ਮਨ ਅਤੇ ਚਿੱਤ। ਅਸਗਾ ਚਿੱਤ, ਉਸਗਾ ਮਨ ਹੋ ਗਿਆ, ਅਸਗਾ ਤੇ ਉਸਗਾ, ਮਨ ਤੇ ਚਿੱਤ, ਜੀਵ ਤੇ ਈਸ਼। ਅਸਗਾ ਤੇ ਉਸਗਾ ਹੈ ਤਾਂ ਇੱਕੋ ਚੀਜ਼ ਹੈ। ਮਨ ਹੁਣ ਜਿਹੜਾ ਮਨ ਆ ਇਹ ਚਿੱਤ ਦਾ ਹੀ ਹਿੱਸਾ ਆ, ਆਤਮਾ ਪਰਮਾਤਮਾ 'ਚੋਂ ਹੀ ਹੈ। ਅਸਗਾ ਅਸ ਉਸਗਾ, ਇਹ ਸੰਸਾਰ ਤੇ ਨਿਰੰਕਾਰ ਦਾ ਘਰ ਇੱਕੋ ਹੀ ਹੈ। ਇੱਕ ਸਿੱਕੇ ਦੇ ਦੋ ਪਾਸੇ ਨੇ, ਨਿਰੰਕਾਰ ਤੋਂ ਹੀ ਸੰਸਾਰ ਬਣਦਾ। ਹਰ ਕਾ ਬਾਗਰਾ, ਅਸਲ 'ਚ ਭਗਤ ਨੇ, ਨਾਮਦੇਵ ਜੀ ਨੇ ਇਸ ਸੰਸਾਰ ਨੂੰ ਹਰੀ ਦਾ ਬਗੀਚਾ ਕਹਿ ਦਿੱਤਾ। ਜਿਵੇਂ ਜਿਹੜਾ ਬਾਗ ਹੁੰਦਾ ਨਾ, ਉਹਦੇ ਵਿੱਚ ਛੋਟੇ ਬੂਟੇ, ਵੱਡੇ ਬੂਟੇ, ਫੁੱਲਦਾਰ, ਫਲਦਾਰ, ਸੋ ਇੱਦਾਂ ਦਾ ਬਗੀਚਾ। ਪਰ ਜਿਹੜਾ ਹਰੀ ਦਾ ਇਹ ਬਗੀਚਾ ਆ, ਇਹਦੇ ਵਿੱਚ ਸਾਰੇ ਤਰ੍ਹਾਂ ਦੇ ਬੂਟੇ, 84 ਲੱਖ ਜੋਨਾਂ ਦੀ ਖੇਡ ਖੇਡ ਦਿੱਤੀ। 84 ਲੱਖ ਜੋਨ ਬੀਜ ਰੂਪ ਵਿੱਚ ਬੀਜ ਦਿੱਤੇ ਉਸਨੇ। ਸੋ ਜਿਤਨੇ ਵੀ ਜੀਆ ਜੰਤ ਉਸਨੇ ਬਣਾ ਦਿੱਤੇ ਨੇ, ਸਾਰੇ ਇਹ ਬਗੀਚੇ ਰੂਪ ਦੇ ਵਿੱਚ ਨੇ। ਇਹ ਹਰੀ ਦਾ ਬਾਗਰਾ ਆ ਸਾਰਾ, ਹਰ ਕਾ ਬਾਗਰਾ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹਦੀ ਮਿਸਾਲ ਦੇਤੀ ਸੱਚੇ ਪਾਤਸ਼ਾਹ ਜੀ ਨੇ। ਪਿੰਦੀ, ਪਿੰਦੀ ਕੀ ਹੁੰਦਾ? ਪਿੰਦੀ ਟਿੰਡਾਂ ਨੂੰ ਕਿਹਾ ਜਾਂਦਾ। ਜਿੱਦਾਂ ਹਲਟ ਚੱਲਦੇ ਹੁੰਦੇ ਸੀ ਖੂਹਾਂ ਦੇ, ਉਹ ਟਿੰਡਾਂ ਜਦੋਂ ਜਾਂਦੀਆਂ ਸੀ ਥੱਲੇ ਨੂੰ, ਨਾ ਉਲਟੀਆਂ ਜਾਂਦੀਆਂ ਨੇ, ਉਹ ਖਾਲੀ ਹੁੰਦੀਆਂ। ਅਤੇ ਜਦੋਂ ਸਾਗਰ ਭਾਵ ਖੂਹ ਦੇ ਵਿੱਚ ਉਹਨੇ ਡੁੱਬਣਾ, ਡੁੱਬਕੀ ਮਾਰਨੀ, ਅਤੇ ਫਿਰ ਟਿੰਡਾਂ ਭਰ ਜਾਂਦੀਆਂ ਸੀਗੀਆਂ। ਜਦੋਂ ਤਾਂ ਨੂੰ ਚੜ੍ਹਦੀਆਂ ਸੀ ਉਹ ਸਿੱਧੀਆਂ ਹੁੰਦੀਆਂ ਸੀਗੀਆਂ। ਅਤੇ ਪਾਣੀ ਜਿਹੜਾ ਉਹਨਾਂ 'ਚ ਛਲਕਦਾ, ਜਦੋਂ ਖੂਹ ਹਲਟ ਚੱਲਦੇ ਦੇਖੋ, ਇਹਨਾਂ ਨੂੰ ਵੀ ਦੇਖੇ ਹੋਏ ਨੇ, ਉਹ ਟਿੰਡਾਂ ਦੇ ਵਿੱਚ ਪਾਣੀ ਛਲਕੇ ਮਾਰਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਸੰਸਾਰ ਹੈ ਇਹ ਇੱਕ ਖੂਹ ਦੀ ਨਿਆਈ ਹੈ, ਖੂਹ ਦੀ ਨਿਆਈ। ਜੀਵ ਇਹਦੇ ਵਿੱਚ ਟਿੰਡਾਂ ਦੀ ਨਿਆਈ ਹੈ। ਸੋ ਭਾਵ ਜਿਹੜੇ ਸਰੀਰ ਟਿੰਡਾਂ ਦੀ ਨਿਆਈ ਹੋ ਗਏ, ਇਹਦੇ ਵਿੱਚ ਜੋ ਜੀਵ ਨੇ ਉਹ ਵਿੱਚ ਛਲਕੇ ਮਾਰਦੇ ਨੇ। ਨਾਚੈ ਪਿੰਦੀ ਮੈਂ ਸਾਗਰਾ, ਸੋ ਛਲਕੇ ਹੀ ਮਾਰਨੇ ਨੇ। ਜਿੱਦਾਂ ਹੁਣ ਸੋ ਕਦੀ ਕੋਈ ਵਿਚਾਰ, ਕਦੀ ਕੋਈ ਵਿਚਾਰ, ਕਦੀ ਠੰਡਾ ਬੋਲਦਾ, ਕਦੀ ਤੱਤਾ ਬੋਲਦਾ, ਇਹ ਛਲਕੇ ਵੱਜਦੇ ਨੇ, ਟਿਕਾ ਤਾਂ ਹੈ ਹੀ ਨਹੀਂ। ਜਿੰਨਾ ਚਿਕਰ ਇਹ ਸਰੀਰਾਂ ਨੇ ਸਾਗਰ ਦੇ ਵਿੱਚ ਡੁੱਬਕੀਆਂ ਲਾਉਣੀਆਂ, ਸੰਸਾਰ ਵਿੱਚ ਡੁੱਬਕੀਆਂ ਲਾਉਣੀਆਂ, ਟਿਕਾ ਥੋੜ੍ਹੀ ਬਣਨਾ। ਨਾਲੇ ਸੰਸਾਰ ਦੀ ਕਿਸੇ ਵਸਤੂ ਦੇ ਨਾਲ ਵੀ ਟਿਕਾ ਨਹੀਂ ਹੁੰਦਾ। ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਟਿਕਾ ਨਹੀਂ ਹੈ। ਸੋ ਇਹ ਇੱਕ ਮਿਸਾਲ ਦੇਤੀ। ਕਹਿੰਦੇ ਖੂਹ ਚੱਲਦਾ ਵੇਖ ਲਓ ਕਿੱਦਾਂ, ਕਹਿੰਦੇ ਪਾਣੀ ਉਹ ਛਲਕੇ ਮਾਰਦਾ। ਹੁਣ ਸਾਗਰ ਦਾ ਪਾਣੀ ਤਾਂ ਅਟਕਿਆ ਹੁੰਦਾ, ਖੂਹ ਦਾ ਪਾਣੀ ਦੇਖੋ ਵਿੱਚ ਹਲਟ ਨਾ ਚੱਲੇ, ਖੂਹ ਦਾ ਪਾਣੀ ਟਿਕਿਆ ਹੋਇਆ ਹੁੰਦਾ, ਉਹਨੂੰ ਤਦੇ ਹੀ ਸਾਗਰ ਕਹਿ ਦਿੱਤਾ।
ਖੂਹ ਨੂੰ ਸਾਗਰ ਇਸੇ ਕਰਕੇ ਕਹਿੰਦੇ, ਸਾਗਰ ਦਾ ਪਾਣੀ ਜਿਹੜਾ ਉਹ 'ਚ ਵਹਿ, ਜਿੰਨਾ ਡੂੰਘਾ ਸਮੁੰਦਰ ਹੁੰਦਾ ਉਨਾ ਹੀ ਪਾਣੀ ਦਾ ਟਿਕਾਅ ਬਣਿਆ ਹੁੰਦਾ। ਖੂਹ ਦੇ ਪਾਣੀ ਵਿੱਚ ਵੀ ਟਿਕਾਅ ਹੁੰਦਾ ਹੈ, ਪਰ ਜਦੋਂ ਉਹੀ ਪਾਣੀ ਟਿੰਡਾਂ ਦੇ ਵਿੱਚ ਆਉਂਦਾ ਉਹ ਛਲ ਕੇ ਮਾਰਦਾ। ਹੁਣ ਜਿਹੜਾ ਜੀਵ ਆਇਆ ਤਾਂ ਈਸ਼ ਦੇ ਵਿੱਚੋਂ ਹੀ ਹੈ, ਈਸ਼ ਸਾਗਰ ਹੈ। ਜਿਹੜਾ ਜੀਵ ਹੈ ਇਹ ਈਸ਼ ਸਾਗਰ ਵਿੱਚੋਂ ਨਿਕਲਿਆ ਹੋਇਆ ਜਲ ਹੈ। ਈਸ਼ ਦੇ ਵਿੱਚੋਂ ਜੀਵ ਨਿਕਲਿਆ, ਹੁਣ ਇਹ ਟੱਪਦਾ, ਜੀਵ ਟੱਪਦਾ, ਇਹਨੂੰ ਆ ਟਿੰਡਾਂ ਮਿਲੀਆਂ ਹੋਈਆਂ, ਸਰੀਰ ਮਿਲਿਆ ਹੋਇਆ ਹੈ। ਜਿੰਨਾ ਚਿਕਰ ਇਹ ਜੀਵ ਈਸ਼ ਦੇ ਵਿੱਚ ਨਹੀਂ ਜਾਂਦਾ, ਜਿੰਨਾ ਚਿਕਰ ਇਹ ਪਾਣੀ ਮੁੜ ਸਾਗਰ ਵਿੱਚ ਨਹੀਂ ਜਾਂਦਾ, ਇਹਨੇ ਛਲਕ ਹੀ ਮਾਰੀ ਜਾਣੇ ਨੇ, ਇਹਨੇ ਛਲਕ ਹੀ ਮਾਰੀ ਜਾਣੇ ਨੇ। ਸੋ ਇਹ ਇੱਕ ਦ੍ਰਿਸ਼ਟਾਂਤ ਦੇਤਾ, ਨਾਚੈ ਇੰਦੀ ਮੈਂ ਸਾਗਰਾ ਰਹਾ। ਨਾਚੰਤੀ ਗੋਪੀ ਜਨ। ਸੋ ਇਹ ਸਾਰੇ ਸੰਸਾਰ ਦੇ ਵਿੱਚ ਹੈ ਨਾ, ਭਗਤ ਨਾਮਦੇਵ ਦੀ ਕਹਿੰਦੇ ਜਿੰਨੀ ਉਹਦੀ ਰਚਨਾ, ਚਾਹੇ ਗੋਪੀ ਇਸਤਰੀਆਂ ਨੇ, ਜੰਨਾ ਚਾਹੇ ਮਰਦ ਨੇ, ਸਾਰੇ ਨੱਚਦੇ ਨੇ। ਕਿਹਦਾ ਟਿਕਾਅ ਬਣਿਆ ਹੋਇਆ? ਕਿਸੇ ਦਾ ਨਹੀਂ ਟਿਕਾਅ ਬਣਿਆ ਹੋਇਆ। ਹਾਂ, ਨੱਚਣ 'ਚ ਵੀ ਫਰਕ ਹੈ। ਜਿਹੜਾ ਉਹਦੇ ਹੁਕਮ ਦੇ ਵਿੱਚ ਨੱਚਦਾ ਸੋ ਉਹ ਨੱਚਣਾ ਉਸ ਨੂੰ ਪ੍ਰਵਾਨ ਹੈ। ਉਹਦੇ ਹੁਕਮ ਦੇ ਵਿੱਚ ਬੋਲਣਾ, ਉਹਦੇ ਹੁਕਮ ਦੇ ਵਿੱਚ ਚੱਲਣਾ, ਉੱਠਣਾ, ਬੈਠਣਾ, ਇਹ ਜਿਹੜਾ ਨਾਚ ਹੈ ਇਹ ਉਹਨੂੰ ਪ੍ਰਵਾਨ ਹੈ। ਸੋ ਜਿਹੜਾ ਮਾਇਆ ਦੇ ਹੁਕਮ ਦੇ ਵਿੱਚ ਨੱਚ ਰਿਹਾ ਹੈ, ਬੋਲ ਰਿਹਾ ਹੈ, ਸੋ ਖਾ ਪੀ ਰਿਹਾ, ਸੋ ਇਹਦੇ ਵਿੱਚ ਇਹ ਫਸ ਜਾਂਦਾ, ਫਿਰ ਮੁੜ ਕੇ ਫਿਰ ਜਨਮ ਮਰਨ ਦੇ ਚੱਕਰਾਂ 'ਚ ਪੈ ਜਾਂਦਾ ਹੈ। ਨਾਚੰਤੀ ਗੋਪੀ ਜੰਨਾ। ਗੋਪੀਆਂ ਕੀ ਹੈ? ਜਿਹੜੇ ਸਾਡੇ ਇਹ ਸਰੀਰ ਦੇ ਸਾਡੇ ਕਰਮ ਗਿਆਨ ਇੰਦਰੀ ਨੇ, ਇਹਨਾਂ ਨੂੰ ਗੋਪੀਆਂ ਕਹਿ ਦਿੱਤਾ। ਜੰਨਾ ਕੌਣ ਆ? ਜੀਵ। ਗੋਪੀਆਂ ਕੌਣ ਆ? ਗਿਆਨ ਇੰਦਰੀ। ਅਤੇ ਹਰ ਇੱਕ ਜਨ ਦੇ ਜਿਹੜੇ ਗਿਆਨ ਇੰਦਰੀ ਨੇ ਉਹ ਨੱਚ ਰਹੇ ਨੇ, ਨੱਚ ਰਹੇ ਨੇ। ਫਰਕ ਹੈ। ਫਰਕ ਕੀ ਹੈ? ਇੱਕ ਤਾਂ ਨੱਚ ਰਹੇ ਨੇ ਮਾਇਆ ਦੇ ਹੁਕਮ ਦੇ ਵਿੱਚ, ਮਾਇਆ ਜਿੱਦਾਂ ਜਿੱਦਾਂ ਇਹਨਾਂ ਨੂੰ ਨਚਾਉਂਦੀ ਹੈ ਨੱਚੀ ਜਾਂਦੇ ਨੇ। ਅਤੇ ਜਦੋਂ ਮਨ ਹੁੰਦਾ ਹੈ ਨਾ, ਅਤੇ ਉਦੋਂ ਮਾਇਆ ਦਾ ਹੁਕਮ ਹੁੰਦਾ ਹੈ। ਜਦੋਂ ਮਨ ਨਹੀਂ ਰਹਿੰਦਾ, ਜਦੋਂ ਮਨ ਮੰਨ ਗਿਆ, ਜਦੋਂ ਹੀ ਮਨ ਮੰਨਿਆ ਇਹ ਮਰ ਗਿਆ, ਇਹ ਚਿੱਤ ਦਾ ਰੂਪ ਹੋ ਜਾਂਦਾ। ਫਿਰ ਇਹੋ ਹੀ ਜਿਹੜੇ ਗਿਆਨ ਇੰਦਰੀ ਨੇ ਫਿਰ ਸੋ ਉਹਦੇ ਹੁਕਮ ਦੇ ਵਿੱਚ ਨੱਚਦੇ ਨੇ। ਜੋ ਉਹਨੇ ਦਿਖਾਉਣਾ ਉਹ ਵੇਖਣਾ, ਜੋ ਸੁਣਾਉਣਾ ਸੁਣਨਾ। ਭਾਵ ਵੇਖਣ ਵਿੱਚ ਵੀ ਰੱਬ, ਸੁਣਨ ਵਿੱਚ ਵੀ ਰੱਬ, ਬੋਲਣ ਵਿੱਚ ਵੀ ਰੱਬ। ਸਭ ਮੈਂ ਜੋਤ ਜੋਤ ਹੈ ਸੋਈ। ਸੋ ਦੋ ਤਰ੍ਹਾਂ ਦਾ ਨੱਚਣਾ ਹੋ ਜਾਂਦਾ। ਇੱਕ ਉਹਦੇ ਹੁਕਮ ਦੇ ਵਿੱਚ ਹੈ, ਇੱਕ ਮਾਇਆ ਦੇ ਹੁਕਮ ਦੇ ਵਿੱਚ ਹੈ। ਨਾਚੰਤੀ ਗੋਪੀ ਜੰਨਾ। ਸੋ ਸਾਰਿਆਂ ਜਨਾਂ ਦੇ ਗਿਆਨ ਇੰਦਰੀ ਨੱਚ ਰਹੇ ਨੇ। ਕਹਿੰਦੇ ਨਈਆ ਤੇ ਵੈਰੇ ਕੰਨਾ। ਕੰਨਾਂ ਤੋਂ ਭਾਵ ਹੈ ਕੌਣ ਹੈ? ਕੌਣ? ਨਈਆ ਕੌਣ ਹੈ? ਨਈਆ ਹੁੰਦਾ ਜਿਹੜਾ ਨਾਵ ਦਾ ਮਾਲਕ ਹੈ, ਕਿਸ਼ਤੀ ਦਾ ਮਾਲਕ ਹੈ, ਕਿਸ਼ਤੀ ਨੂੰ ਚਲਾਉਣ ਵਾਲਾ, ਉਹਨੂੰ ਕਹਿੰਦਾ ਨਈਆ, ਮਰਾ, ਨਾਵ ਦਾ ਮਾਲਕ। ਸਾਡੀ ਜ਼ਿੰਦਗੀ ਰੂਪ ਨਾਵ ਦਾ ਮਾਲਕ ਪਰਮਾਤਮਾ ਹੈ, ਪਰਮੇਸ਼ਰ ਹੈ। ਜਿਸ ਨੇ ਇਸ ਗੱਲ ਨੂੰ ਸਮਝ ਲਿਆ ਉਹਦੀ ਨਈਆ ਨਹੀਂ ਡੁੱਬਦੀ, ਉਹ ਕਦੀ ਸੰਸਾਰ ਦੇ ਵਿੱਚ ਨਹੀਂ ਡੁੱਬਦਾ। ਨਹੀਂ ਤਾਂ ਬਹੁਤਿਆਂ ਦੀ ਨਈਆ ਘੁੰਮਣ ਘੇਰੀ 'ਚ ਫਸ ਜਾਂਦੀ ਹੈ। ਬੜੇ ਨੇ ਜਿਹਨਾਂ ਦੀ ਜ਼ਿੰਦਗੀ ਉਹ ਭਵਰ 'ਚ ਫਸ ਜਾਂਦੀ ਹੈ, ਉੱਥੇ ਕੀ ਘੁੰਮੀ ਜਾਂਦੀ, ਉੱਥੇ ਕੀ ਘੁੰਮੀ ਜਾਂਦੀ ਹੈ। ਕਈਆਂ ਦੀ ਫਿਰ ਇਹ ਨਈਆ ਉਲਟ ਜਾਂਦੀ ਆ, ਉਲਟ ਸਮਝ ਹੀ ਕੁਝ ਨਹੀਂ ਲੱਗਦਾ, ਡੁੱਬ ਜਾਂਦੇ ਨੇ। ਸਾਰੇ ਸੰਸਾਰ ਵਿੱਚ ਸਾਰਿਆਂ ਦੀ ਨਈਆ ਜਿਹੜੀ ਆ, ਨਾਵ ਜਿਹੜੀ ਆ ਜ਼ਿੰਦਗੀ ਦੀ, ਬਸ ਉੱਥੇ ਕੋਈ ਘੁੰਮੀ ਜਾਂਦੀ ਹੈ। ਪਰ ਜਿਸ ਨੇ ਸਮਝ ਲਿਆ ਮੇਰੀ ਜ਼ਿੰਦਗੀ ਦੀ ਜੋ ਨਾਵ, ਜੋ ਨੌਕਾ ਹੈ, ਇਸ ਦਾ ਮਾਲਕ ਜਿਹੜਾ ਆ ਉਹ ਸਤਿਗੁਰੂ ਹੈ। ਅਤੇ ਉਹਨੂੰ ਸਤਿਗੁਰੂ ਨੂੰ ਕਹਿ ਦਿੱਤਾ ਮੇਰੀ ਜ਼ਿੰਦਗੀ ਦੀ ਜਿਹੜੀ ਨਾਵ ਹੈ ਤੁਸੀਂ ਚਲਾਓ। ਫਿਰ ਸਤਿਗੁਰੂ ਜੀ ਇਸ ਨਾਵ ਨੂੰ ਚਲਾਉਂਦੇ ਨੇ। ਜਦੋਂ ਨਾਵ ਨੂੰ ਚਲਾਉਂਦੇ ਨੇ ਅਤੇ ਫਿਰ ਇਸ ਭਵ ਸਾਗਰ ਤੋਂ ਪਾਰ ਵੀ ਕਰ ਦਿੰਦੇ ਨੇ। ਪਰ ਸਤਿਗੁਰੂ ਜੀ ਤੋਂ ਬਿਨਾਂ ਆਪਣੀ ਇਸ ਜ਼ਿੰਦਗੀ ਦੀ ਨਾਵ ਦਾ ਕੋਈ ਮਾਲਕ ਨਹੀਂ ਕਦੀ ਬਣਾਉਣਾ, ਹੈ ਨਾ। ਕੰਨਾ
ਨਈਆ ਤੇ ਵੈਰੇ ਕੰਨਾ। ਕੌਣ ਹੈ ਮੇਰੀ ਇਸ ਨਾਵ ਦਾ ਮਾਲਕ? ਕੋਈ ਨਹੀਂ ਹੈ ਪਰਮੇਸ਼ਰ ਤੋਂ ਬਿਨਾਂ। ਤਰਕ ਨਾ ਚਾਹ, ਸਾਰਾ ਆਪਣੇ ਆਪ ਨੂੰ ਸਮਝਾਇਆ ਹੋਇਆ ਵੀ ਇਹਦੇ ਵਿੱਚ ਤਰਕ ਨਾ ਕਰ। ਤਰਕ ਬੜੀ ਛੇਤੀ ਕਰਦਾ, ਜਿੰਨਾ ਚਿਕਰ ਮਨ ਜਿਹੜਾ ਆ ਬਾਣੀ ਦੇ ਨਾਲ ਨਹੀਂ ਜੁੜਦਾ ਉਹਨਾਂ ਚਿਕਰ ਤਰਕਾਂ ਹੀ ਪੈਦਾ ਹੋਈ ਜਾਣੀਆਂ, ਤਰਕਾਂ ਹੀ ਪੈਦਾ ਹੋ ਜਾਣੀਆਂ। ਸੋ ਇਸ ਗੱਲ ਵਿੱਚ ਤਰਕ ਨਾ ਕਰ। ਤਾਂ ਭਰਮ ਵੀ ਕਹਿ ਸਕਦੇ, ਜਦੋਂ ਆਪਣੀ ਜ਼ਿੰਦਗੀ ਦੀ ਵਾਗਡੋਰ ਗੁਰੂ ਨੂੰ ਪਕੜਾਉਣੀ ਹੈ, ਭਰਮ ਕਾਹਦਾ? ਹੈ ਨਾ, ਜੋ ਗੁਰੂ ਨੇ ਕਰਨਾ ਤੇਰੇ ਲਈ ਚੰਗਾ ਹੀ ਕਰਨਾ, ਮਾੜਾ ਨਹੀਂ ਕਰਨਾ। ਤੈਨੂੰ ਸਹੀ ਰਾਸਤੇ ਥਾਣੀ ਗੁਰੂ ਨੇ ਲੈ ਕੇ ਜਾਣਾ, ਜਦੋਂ ਆਪਣੀ ਤੂੰ ਜ਼ਿੰਦਗੀ ਉਹਦੇ ਹੱਥ ਫੜਾ ਦੇਣੀ। ਤਰਕ ਨਾ ਕਰ ਕਹਿੰਦੇ ਇਹਦੇ ਵਿੱਚ। ਭ੍ਰਮੀ ਆਚਾ, ਭਰਮ ਚੋਂ ਨਿਕਲ। ਭ੍ਰਮੀ ਆਚਾ, ਨਿਕਲ ਜਾ ਬਾਹਰ। ਭਰਮ ਨਾ ਕਰ, ਤਰਕ ਨਾ ਕਰ। ਭਰਮ ਹੈ ਤਾਂ ਤਰਕ ਹੈ, ਜੇ ਭਰਮ ਨਹੀਂ ਤਾਂ ਤਰਕ ਨਹੀਂ। ਭਰਮ ਨਹੀਂ ਤਾਂ ਸਾਰਾ ਸੰਸਾਰ ਡੋਬ ਕੇ ਰੱਖਿਆ ਹੋਇਆ ਹੈ। ਮਹਾਰਾਜ ਨੇ ਜਿਹੜਾ ਖਾਲਸਾ ਬਣਾਇਆ, ਦੋ ਚੀਜ਼ਾਂ ਤੋਂ ਨਿਆਰਾ ਰੱਖਿਆ, ਦੋ ਚੀਜ਼ਾਂ ਤੋਂ, ਭਰਮ ਅਤੇ ਭੇਖ। ਕਹਿੰਦੇ ਭੇਖ ਨਹੀਂ ਕਰਨਾ, ਭਰਮ ਨਹੀਂ ਕਰਨਾ। ਜਿਹੜਾ ਮੇਰਾ ਖਾਲਸਾ ਭਰਮ ਅਤੇ ਭੇਖ ਤੋਂ ਨਿਆਰਾ ਰਹੇਗਾ, ਸੋ ਖਾਲਸ ਸਤ ਗੁਰੂ ਹਮਾਰਾ। ਭਰਮ ਭੇਖ, ਸੋ ਭਰਮ ਆ ਗਿਆ, ਤਰਕ ਆ ਜੂਗੀ। ਕਹਿੰਦੇ ਕੇਸਵਾ ਬਚਾਉਣੀ, ਜਿਹੜੇ ਕੇਸਵਾ ਕੌਣ ਹੈ? ਰੱਬ, ਪਰਮਾਤਮਾ, ਪਰਮੇਸ਼ਰ। ਬਚਾਉਣੀ ਕੀ ਆ? ਉਹਦੇ ਬਚਨ ਜਿਹੜੇ ਨੇ। ਹਾਂਜੀ, ਸੋ ਪਰਮਾਤਮਾ ਪਰਮੇਸ਼ਰ ਦੇ ਬਚਨ, ਉਹਨਾਂ ਨੂੰ ਸੁਣੋ। ਮਹਾਰਾਜ ਕੀ, ਪਰਮਾਤਮਾ ਕੀ ਬੋਲਦਾ, ਪਰਮਾਤਮਾ ਕੀ ਬੋਲ ਰਿਹਾ। ਹੁਣ ਕੇਸਵਾ ਦੇ ਜਿਹੜੇ ਬਚਨ ਨੇ, ਰੱਬ ਦੇ ਜਿਹੜੇ ਬਚਨ ਨੇ, ਇਹ ਗੁਰੂ ਸਾਹਿਬਾਨ ਨੇ ਸਾਨੂੰ ਬਾਣੀ ਦੁਆਰਾ ਦੱਸ ਦਿੱਤੇ ਵੀ ਆਹ ਬਚਨ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ। ਸਾਰੀ ਬਾਣੀ ਜਿਹੜੀ ਹੈ ਇਹ ਰੱਬ ਦੇ ਬੋਲ ਨੇ। ਭਗਤਾਂ ਨੂੰ ਸੁਣੇ, ਭਗਤਾਂ ਨੂੰ ਕੇਸਵਾ ਦੇ ਬਚਨ ਸੁਣੇ ਵੀ ਰੱਬ ਆਹ ਬੋਲਿਆ। ਜੋ ਰੱਬ ਬੋਲਿਆ ਭਗਤਾਂ ਨੇ ਉਹ ਗਾਹਾਂ ਬੋਲ ਕੇ ਦੱਸ ਦਿੱਤਾ। ਇਹ ਕੇਸਵਾ ਬਚਾਉਣੀ ਨੇ ਸਾਰੇ। ਜਿਹੜੀ ਗਿੰਨੀ ਗੁਰਬਾਣੀ ਹੈ ਰੱਬ ਦੇ ਬੋਲ ਨੇ ਸਾਰੇ। ਕੀ ਬੋਲਿਆ ਰੱਬ? ਅਈਏ ਮਈਏ, ਕਹਿੰਦੇ ਅਈਏ ਮਈਏ। ਸੋ ਇਹ ਤੇ ਉਹ ਸਾਰਾ ਕੁਝ ਹੀ, ਇਹ ਲੋਕ ਤੇ ਪਰਲੋਕ ਏਕ ਆਨ ਜੀਓ, ਸਭਨਾ ਵਿੱਚ ਉਹ ਹੈ। ਸੋ ਅਈਏ ਮਈਏ, ਅਈਏ ਕੈਸੇ ਨੇ? ਇਸਤਰੀ ਅਤੇ ਪੁਰਸ਼ ਸਭਨਾ ਵਿੱਚ ਇੱਕ ਹੀ ਜੀਓ, ਜੀਓ ਜਿੰਦ ਹੋ ਗਈ ਨਾ। ਇਹ ਤੇ ਉਹ ਦੋ ਚੀਜ਼ਾਂ ਹੋ ਗਈਆਂ ਨਾ, ਅਈਏ ਮਈਏ। ਇਹ ਤੇ ਉਹ ਇੱਕ ਵੀ ਦੋ ਨਹੀਂ ਹੈ, ਉਹਨਾਂ ਸਭਨਾ ਵਿੱਚ ਏਕ ਆਨ ਜੀਓ। ਦੋਨਾਂ ਦੇ ਵਿੱਚ ਜਿੰਦ ਤਾਂ ਇੱਕੋ ਹੀ ਹੈ ਨਾ। ਕੀ ਔਰਤ ਹੈ, ਕੀ ਮਰਦ ਹੈ, ਸਭਨਾ ਵਿੱਚ ਏਕ ਆਨ ਜੀਓ, ਸਭਨਾ ਵਿੱਚ ਜਿੰਦ ਇੱਕ ਹੈ। ਇਹ ਤੇ ਉਹ, ਮੈਂ ਤੇ ਤੂੰ, ਇਹਨਾਂ ਸਾਰਿਆਂ ਦੇ ਵਿੱਚ ਹੀ ਉਸੇ ਦੀ ਹੀ ਕਹਿੰਦੇ ਜਿੰਦ ਹੈ। ਪਿੰਧੀ ਉਬਕਲ ਸੰਸਾਰਾ, ਫਿਰ ਪਿੰਧੀਆਂ ਦਾ, ਖੂਹ ਦੀਆਂ ਟਿੰਡਾਂ ਦਾ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਦੇਖੋ ਖੂਹ ਦੇ ਵਿੱਚ ਜਿਹੜੀਆਂ ਟਿੰਡਾਂ ਨੇ ਉਹ ਡੁਬਕੀਆਂ ਲਾਉਂਦੀਆਂ। ਉਬਕਲੇ, ਉਬਕਲੇ ਹੁੰਦਾ ਡੁਬਕੀਆਂ ਲਾਉਣੀਆਂ। ਖਾਲੀ ਡੁਬਕੀ ਮਾਰਦੀ ਹੈ, ਉਹ 'ਚ ਪਾਣੀ ਭਰ ਜਾਂਦਾ, ਫਿਰ ਪਾਣੀ ਗਾਹਾਂ ਚਲੇ ਜਾਂਦਾ, ਪਾਰਛੇ ਵਿੱਚ ਸਿੱਟ ਦਿੰਦੇ, ਫਿਰ ਖਾਲੀ ਆ, ਫਿਰ ਡੁਬਕੀ ਮਾਰਦੀ। ਪਿੰਧੀ ਉਬਕਲੇ ਸੰਸਾਰਾ। ਸੋ ਜਿਤਨੇ ਵੀ ਇਹ ਜੀ ਨੇ, ਇਹਨਾਂ ਦੀਆਂ ਸਾਰਿਆਂ ਦੀਆਂ ਡੁਬਕੀਆਂ ਜਿਹੜੀਆਂ ਨੇ ਉਹ ਸੰਸਾਰ ਦੇ ਵਿੱਚ ਲੱਗਦੀਆਂ ਪਈਆਂ। ਜੇ ਤਾਂ ਭਰਮ ਦੇ ਵਿੱਚ ਪੈ ਗਏ, ਫਿਰ ਅਸੀਂ ਸੰਸਾਰ ਵਿੱਚ ਹੀ ਡੁਬਕੀਆਂ ਮਾਰਦੇ ਰਹਾਂਗੇ। ਭਗਤ ਨਾਮਦੇਵ ਜੀ ਕਹਿੰਦੇ ਡੁਬਕੀ ਤਾਂ ਲਾਉਣੀ ਆ ਨਿਰੰਕਾਰ ਦੇ ਵਿੱਚ, ਅਤੇ ਇਹ ਡੁਬਕੀਆਂ ਲਾ ਰਹੇ ਨੇ ਸੰਸਾਰ ਦੇ ਵਿੱਚ। ਇਸੇ ਕਰਕੇ ਤਾਂ ਜਿਹੜੀਆਂ ਟਿੰਡਾਂ ਉੱਥੇ ਹੀ ਘੁੰਮੀ ਜਾਂਦੀਆਂ, ਕਦੀ ਖਾਲੀ ਹੋ ਗਈਆਂ, ਕਦੀ ਭਰ ਗਈਆਂ, ਕਦੀ ਖਾਲੀ ਹੋ ਗਈਆਂ, ਕਦੀ ਭਰ ਗਈਆਂ। ਕਹਿੰਦੇ ਨਿਰੰਕਾਰ ਦੇ ਵਿੱਚ ਜਿਹੜੇ ਡੁਬਕੀ ਲਾਉਂਦੇ ਨੇ ਉਹਨਾਂ ਦਾ ਸੰਸਾਰ ਤੋਂ ਛੁਟਕਾਰਾ ਹੋਣਾ। ਜਿਹੜੇ ਸੰਸਾਰ ਦੇ ਵਿੱਚ ਡੁਬਕੀ ਲਾਉਂਦੇ ਨੇ ਉਹਨਾਂ ਦਾ ਸੰਸਾਰ ਤੋਂ ਕਦੀ ਛੁਟਕਾਰਾ ਨਹੀਂ ਹੋ ਸਕਦਾ। ਡੁਬਕੀ ਗੁਰੂ ਦੇ ਗਿਆਨ ਵਿੱਚ ਲਾਉਣੀ ਆ, ਇਸ ਸੰਸਾਰ ਦੇ ਵਿੱਚ ਡੁਬਕੀ ਨਹੀਂ। ਸੋ ਖਾਣਾ ਪੀਣਾ, ਹੱਸਣਾ ਸੌਣਾ, ਇਹ ਡੁਬਕੀਆਂ ਹੀ ਆ। ਆਹ ਹੈ ਨਹੀਂ, ਆਹ ਮਿਲ ਗਿਆ, ਆਹ ਮਿਲ ਜਾਵੇ, ਆਹ ਚਲਾ ਗਿਆ, ਮਿਲਣਾ ਵਿਛੜਨਾ, ਡੁਬਕੀਆਂ ਹੀ ਆ ਸਾਰੀ। ਕਦੀ ਕੁਝ ਮਿਲ ਗਿਆ, ਕਦੀ ਕੁਝ ਵਿਛੜ ਗਿਆ,
ਕਦੀ ਹਰਖ ਆ ਗਿਆ, ਕਦੀ ਸੋਗ ਆ ਗਿਆ। ਇਹ ਸਭ ਡੁਬਕੀਆਂ ਨੇ, ਸੰਸਾਰ ਦੀਆਂ ਡੁਬਕੀਆਂ ਨੇ। ਜਦੋਂ ਨਿਰੰਕਾਰ ਵਿੱਚ ਡੁਬਕੀ ਲੱਗਦੀ ਉੱਥੇ ਤੇ ਹਰਖ ਸੋਗ ਤੋਂ ਰਹਿਤ ਹੋ ਜਾਂਦਾ। ਉੱਥੇ ਦੋਨੇ ਚੀਜ਼ਾਂ, ਨਾ ਦੁੱਖ ਹੈ, ਨਾ ਸੁੱਖ, ਨਾ ਹਰਖ, ਨਾ ਸੋ ਸੰਸਾਰਕ ਜਿਹੜੇ ਸੁੱਖ ਨੇ। ਜਿਹੜਾ ਨਿਰੰਕਾਰੀ ਸੁੱਖ ਦਾ ਅਤੇ ਸੰਸਾਰਕ ਸੁੱਖ ਦਾ ਬੜਾ ਫਰਕ ਹੈ। ਜਿੱਦਾਂ ਆਪਾਂ ਭੋਜਨ ਛਕਦੇ, ਇਹ ਆਨੰਦ ਆ ਇੱਕ ਨਾਮ ਰਸ ਦਾ ਆਨੰਦ ਆ, ਫਰਕ ਹੈ। ਇਸ ਆਨੰਦ ਤਾਂ ਉਸ ਆਨੰਦ ਦਾ ਫਰਕ ਹੈ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਤਾਂ ਸਾਰੇ ਹੀ ਕਹਿੰਦੇ ਨੇ, ਪਰ ਆਨੰਦ ਪੁੱਛੋ ਗੁਰੂ ਤੋਂ, ਗੁਰੂ ਦੱਸਦਾ ਅਸਲ ਆਨੰਦ ਕੀ ਹੈ। ਸੋ ਇਸ ਕਰਕੇ ਉਬਕਲੀ ਗੁਰੂ ਵੀ ਕਹਿੰਦਾ ਡੁਬਕੀ ਲਾਓ। ਜਿੰਨਾ ਚਿਕਰ ਅਸੀਂ ਨਿਰੰਕਾਰ ਵਿੱਚ ਡੁੱਬਦੇ ਨਹੀਂ, ਉਨਾ ਚਿਕਰ ਤਾਂ ਗੱਲ ਵੀ ਨਹੀਂ ਬਣਨੀ। ਸਾਨੂੰ ਡੁੱਬਣਾ ਪੈਂਦਾ। ਜਿੱਦਾਂ ਸੰਸਾਰ ਵਿੱਚ ਡੁੱਬ ਗਏ, ਨਿਰੰਕਾਰ ਦੀ ਸੁੱਧ ਬੁੱਧ ਖਤਮ ਹੋ ਗਈ, ਮਾਇਆ ਵਿੱਚ ਡੁੱਬ ਗਏ। ਜਦੋਂ ਨਿਰੰਕਾਰ 'ਚ ਡੁੱਬ ਜਾਣ, ਉਹਦੇ ਗਿਆਨ ਦੇ ਸਾਗਰ ਵਿੱਚ ਡੁੱਬ ਜਾਣ, ਮਾਇਆ ਦੀ ਸੁੱਧ ਬੁੱਧ ਖਤਮ ਹੋ ਜਾਣੀ ਹੈ। ਜਿਹੜੇ ਨਿਰੰਕਾਰ ਦੇ ਵਿੱਚ, ਬ੍ਰਹਮ ਗਿਆਨ ਵਿੱਚ ਡੁੱਬਦੇ ਨੇ, ਡੁਬਕੀ ਲਾਉਂਦੇ, ਉਹਨਾਂ ਦਾ ਸੰਸਾਰ ਖਤਮ ਹੋ ਜਾਂਦਾ ਹੈ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਜਿਹੜਾ ਬਾਰ ਬਾਰ ਜਨਮ ਲੈਣਾ, ਬਾਰ ਬਾਰ ਮਰਨਾ, ਸੋ ਇਹ ਮੇਰੀ ਭਟਕਣਾ ਬਹੁਤ ਰਹੀ ਹੈ। ਕਦੀ ਕਿਤੇ ਜੰਮਿਆ, ਕਦੀ ਕਿਤੇ ਮਰਿਆ। ਇਹ ਭਟਕਣਾ ਮੇਰੀ ਖਤਮ ਕਰ ਦਿਓ। ਮੈਂ ਭਰਮ ਇੱਦਾਂ ਭਟਕ ਕੇ ਥੱਕ ਗਿਆ, ਭਰਮ 'ਚ ਪੈ ਕੇ ਭਟ ਗਿਆ, ਅਤੇ ਹੁਣ ਮੈਂ ਆ ਗਿਆ ਤੁਮ ਚੇ ਦੁਆਰਾ। ਮੈਂ ਤੇਰੇ ਦੁਆਰੇ 'ਤੇ ਆ ਗਿਆ ਹਾਂ। ਜਦੋਂ ਨਿਰੰਕਾਰ ਦੇ ਦੁਆਰੇ 'ਤੇ ਜਾਣਾ, ਜਿਹੜੇ ਭਗਤ ਜਨ ਜਦੋਂ ਨਿਰੰਕਾਰ ਦੇ ਦੁਆਰੇ 'ਤੇ ਪਹੁੰਚਦੇ ਨੇ ਅਤੇ ਨਿਰੰਕਾਰ ਦਾ ਦੁਆਰਾ ਨਹੀਂ ਛੱਡਦੇ। ਗੁਰੂ ਨਿਰੰਕਾਰ ਦਾ ਦੁਆਰ ਕੀ ਆ? ਗੁਰੂ। ਹੁਣ ਮਹਿਲ ਦਾ ਦਰਵਾਜ਼ਾ ਤਾਂ ਹੁੰਦਾ ਹੀ, ਮਹਿਲ ਦਾ ਦਰਵਾਜ਼ੇ ਦੇ ਮੂਹਰੇ ਬਹਿਣਾ ਪੈਂਦਾ। ਹੁਣ ਮਹਿਲ ਦਾ ਜਿਹੜਾ ਮਾਲਕ ਹੈ, ਫਿਰ ਉਹਨੂੰ ਜਦੋਂ ਚੰਗਾ ਲੱਗਦਾ, ਭਾਉਂਦਾ ਜਦੋਂ ਉਸਨੂੰ, ਫਿਰ ਬਾਂਹ ਪਕੜ ਠਾਕੁਰ ਹਉ ਕੇ ਦੇ ਗੁਣਾ ਬਗੁਣਾ ਪਛਾਣੇ। ਅੰਦਰੋਂ ਆਵਾਜ਼ ਦੇ ਕੇ ਉਹਨੂੰ ਅੰਦਰ ਬੁਲਾ ਲੈਂਦਾ। ਦੁਆਰਾ ਨਹੀਂ ਛੱਡਦੇ। ਸਗਲ ਦੁਆਰ ਕਿਉ ਛਾੜ ਕੇ ਗਏ ਹੋ ਤੁਹਾਰੇ ਦੁਆਰ। ਤੇਰੇ ਦੁਆਰੇ 'ਤੇ ਆ ਗਏ, ਬਾਕੀ ਤਾਂ ਭਟਕਣਾ ਹੀ ਆ। ਬਾਕੀ ਤਾਂ ਸਾਰੇ ਹੀ ਭਟਕਣੇ ਵਾਲੇ ਦਰਵਾਜ਼ੇ ਨੇ। 10 ਦਰਵਾਜ਼ੇ ਨੇ ਸਰੀਰ ਦੇ, ਅਤੇ 9 ਦਰਵਾਜ਼ੇ ਭਟਕਾਉਂਦੇ ਹੀ ਨੇ ਇਸ ਨੂੰ। ਭ੍ਰਮ ਭ੍ਰਮ ਆਏ, ਮੈਂ ਸਾਰੇ ਦਰਵਾਜ਼ਿਆਂ 'ਤੇ ਭਟਕ ਗਿਆ, ਪਰ ਇਹ ਦਰਵਾਜ਼ਿਆਂ 'ਤੇ ਨਿਰਾ ਭਟਕਣਾ ਹੀ ਭਟਕਣਾ ਹੈ। ਸਵਾਦਾਂ 'ਚ ਫਸੇ ਪਏ ਨੇ, ਪੁਰ ਸਾਧ ਮਰਾ। ਇਹ ਸਾਰੇ ਦਰਵਾਜ਼ੇ, ਇਹਨਾਂ ਦਰਵਾਜ਼ਿਆਂ 'ਤੇ ਹੈ ਹੀ ਨਿਰਾ ਚਿੱਕੜ। ਜਲ ਤਾਂ ਮੈਨੂੰ ਦਿਸਿਆ ਕੋਈ ਨਹੀਂ, ਗਲੀਏ ਚਿੱਕੜ ਦੂਰ ਕਰ। ਸੋ ਇਹ ਸਾਰੇ ਸਗਲ ਦੁਆਰ ਕੋਈ ਛੱਡ ਕੇ ਸਾਰੇ ਦੁਆਰੇ ਛੱਡ ਦਿੱਤੇ। ਹੁਣ ਤੁਮ 'ਚ ਦੁਆਰੇ ਆ ਗਏ। ਨਿਰੰਕਾਰ ਦਾ ਜਿਹੜਾ ਦੁਆਰਾ, ਗੁਰੂ ਗਿਆਨ ਹੀ ਨਿਰੰਕਾਰ ਦਾ ਦੁਆਰਾ ਹੈ। ਹਿਰਦਾ ਨਿਰੰਕਾਰ ਦਾ ਦੁਆਰਾ। ਦਸਮ ਦੁਆਰ ਹਿਰਦੇ ਨੂੰ ਕਹਿ ਦਿੱਤਾ, ਗੁਰਮਤਿ ਦਾ ਦਸਮ ਦੁਆਰ ਹਿਰਦਾ। ਇਹ 'ਤੇ ਆ ਗਿਆ। ਜਦੋਂ ਸੋ ਦੁਆਰ 'ਤੇ ਪਹੁੰਚਦਾ ਭਗਤ, ਤੂੰ ਕੁਨ ਰੇ। ਭਗਤ ਨਾਮਦੇਵ ਜੀ ਆਪਣੀ ਗੱਲ ਕਰਦੇ, ਕਹਿੰਦੇ ਮੈਂ ਜਦੋਂ ਦੁਆਰੇ 'ਤੇ ਪਹੁੰਚਾਂ ਹੈ ਨਾ, ਅਤੇ ਉਸ ਵੇਲੇ ਅੰਦਰੋਂ ਆਵਾਜ਼ ਆਉਂਦੀ ਵੀ ਕੌਣ ਹੈ। ਜਦੋਂ ਕਿਸੇ ਦੇ ਘਰ ਜਾਓ, ਬਾਹਰੋਂ ਆਵਾਜ਼ ਮਾਰੋ, ਅਤੇ ਪੁੱਛਦਾ ਹੀ ਆ ਵੀ ਤੂੰ ਕੌਣ ਹੈ। ਆਵਾਜ਼ ਮਾਰੀ, ਪੁਕਾਰਿਆ, ਨਾਮ ਜਪਿਆ, ਬਾਣੀ ਪੜ੍ਹੀ, ਅਰਦਾਸਾਂ ਬੇਨਤੀਆਂ ਕੀਤੀਆਂ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਰਗੇ। ਕਿਹੜਾ ਬੋਲੀ ਜਾਂਦਾ? ਕੀ ਗੱਲ ਹੋ ਗਈ ਤੈਨੂੰ? ਕੀ ਦੁੱਖ ਹੈ? ਕਿਰਪਾ ਕਰਕੇ ਬਖਸ਼ ਲੈ, ਨਾਨਕ ਪਾਰ ਉਤਾਰ। ਵੀ ਤੂੰ ਅਰਦਾਸਾਂ ਕਰੀ ਜਾਂਦਾ, ਤੂੰ ਕੁਨ ਰੇ, ਕੌਣ ਹੈ? ਅੱਗੋਂ ਬੋਲਿਆ, ਕਹਿੰਦੇ ਮੈਂ ਜੀ ਨਾਮਾ ਹੋ ਜੀ। ਮੈਂ ਤੇਰੇ ਨਾਮ ਨੂੰ ਜਪਣੇ ਵਾਲਾ ਤੇਰਾ ਨਾਮਾ ਹਾਂ। ਜਿਹੜਾ ਨਾਮ ਨੂੰ ਜਪਣੇ ਵਾਲਾ ਨਾਮਾ ਹੀ ਹੋ ਗਿਆ। ਮੈਂ ਨਾਮਾ ਹਾਂ ਕਿਉਂਕਿ ਤੇਰੇ ਨਾਮ ਨੂੰ ਜਪਦਾ। ਫਿਰ ਪੁੱਛਿਆ ਵੀ ਤੈਨੂੰ ਕੰਮ ਕੀ ਹੈ? ਇੰਨਾ ਘਬਰਾਇਆ ਹੋਇਆ ਕਿਉਂ ਆ? ਕਹਿੰਦੇ ਆਲਾ ਤੇ ਨਿਵਾਰਣਾ, ਜਮ ਕਾਰਣਾ। ਆਲਾ, ਆਲ ਹੁੰਦਾ ਆਲ ਘਰ। ਜਿਹੜਾ ਘਰ ਆ, ਜਿਹੜਾ ਮੇਰਾ ਕੁਟੰਬ ਹੈ, ਮੇਰਾ ਜਿਹੜਾ ਘਰ ਹੈ, ਮੈਨੂੰ ਇਹਦੇ ਤੋਂ ਮੇਰੀ ਨਿਵਰਤੀ ਕਰ ਦੇ। ਆਲਾ ਸੰਸਾਰ, ਆਲਾ ਘਰ। ਬੰਦੇ ਦਾ ਘਰ ਹੀ ਸੰਸਾਰ ਹੁੰਦਾ ਹੈ। ਸੋ ਜਦੋਂ ਮਨ ਸੰਸਾਰ ਵਿੱਚ ਫਸਿਆ, ਇਹ ਜੰਜਾਲਾਂ ਦਾ ਘਰ ਆ, ਹੈ ਨਾ। ਸੋ ਇਹ ਮੇਰਾ ਮਨ ਜਿਹੜਾ ਆ ਕੁਟੰਬ ਵਿੱਚ ਫਸ ਗਿਆ, ਅਤੇ ਇਹਦੇ ਵਿੱਚੋਂ ਮੈਨੂੰ ਕੱਢੋ। ਮੈਨੂੰ ਪਤਾ ਹੁਣ, ਮੈਨੂੰ ਗਿਆਨ ਤਾਂ ਹੋ ਗਿਆ,
ਵੀ ਜਿੰਨਾ ਕੋਈ ਆਪਣੇ ਕੁਟੰਬ ਦੇ ਜੰਜਾਲ ਦੇ ਵਿੱਚ ਫਸਦਾ ਅਤੇ ਉਹੀ ਜਮਾਂ ਦੀ ਗ੍ਰਿਫਤ ਵਿੱਚ ਆਉਣ ਦਾ ਕਾਰਨ ਬਣ ਜਾਂਦਾ। ਬੰਦੇ ਦੇ ਜਿਹੜੇ ਜੰਜਾਲ ਨੇ ਨਾ, ਜੰਜਾਲ ਹੀ ਬੰਦੇ ਨੂੰ ਬੰਦਗੀ ਵਾਲੇ ਪਾਸੇ ਨਹੀਂ ਲਿਜਾਣ ਦਿੰਦੇ, ਬੰਦਗੀ ਨਹੀਂ ਕਰਨ ਦਿੰਦੇ। ਇਸ ਕਰਕੇ ਮੇਰਾ ਘਰ ਹੀ ਮੌਤ ਦਾ ਕਾਰਨ ਬਣ ਗਿਆ, ਮੇਰਾ ਘਰ ਹੀ ਜਮਾਂ ਦਾ ਕਾਰਨ ਬਣ ਗਿਆ, ਮੇਰਾ ਆਪਣਾ ਮਨ ਹੀ ਜਮਾਂ ਦਾ ਕਾਰਨ ਬਣ ਗਿਆ। ਮਨ ਵਿੱਚ ਭੈੜੇ ਬੁਰੇ ਮਾੜੇ ਜਿਹੜੇ ਖਿਆਲ ਆਈ ਜਾਂਦੇ ਸੀ। ਸੋ ਇਹਨਾਂ ਬੰਧਨਾਂ ਵਿੱਚ ਬੱਝਿਆ ਹੋਇਆਂ ਕਰਕੇ ਜੰਜਾਲ ਨੇ, ਜਿਹੜੇ ਵਿਕਾਰਾਂ ਦੇ ਬੰਧਨ ਨੇ, ਇਹੀ ਤਾਂ ਜੰਜਾਲ ਇਹ 'ਚ ਬੱਝ ਗਏ ਅਤੇ ਮੈਨੂੰ ਇਹ 'ਚੋਂ ਕੱਢ ਲਓ। ਕੋਸ਼ਿਸ਼ ਕਰਦਾ, ਮੇਰੇ ਕੋਲ ਨਹੀਂ ਨਿਕਲ ਹੁੰਦਾ। ਜਿਹੜਾ ਹੁਣ ਖੂਹ 'ਚ ਡਿੱਗਿਆ ਹੋਇਆ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਨਹੀਂ ਨਿਕਲ ਸਕਦਾ। ਜਿੰਨਾ ਚਿਕਰ ਜਿਹੜਾ ਬਾਹਰ ਖੜਾ ਨਾ, ਉਹ ਨਹੀਂ ਉਹਨੂੰ ਕੋਈ ਰੱਸਾ ਦਿੰਦਾ ਨਾ, ਕੋਈ ਸਾਧਨ ਕਰਦਾ, ਉਹਨਾਂ ਚਿਕਰ ਕਿੱਦਾਂ ਖੂਹ ਵਾਲਾ ਬਾਹਰ ਨਿਕਲ ਸਕਦਾ। ਮੈਂ ਤਾਂ ਇਸ ਖੂਹ 'ਚ ਡਿੱਗਿਆ ਹੋਇਆ, ਮੈਂ ਤਾਂ ਜੰਜਾਲ 'ਚ ਫਸ ਗਿਆ ਅਤੇ ਮੈਂ ਆਲੇ ਦੁਆਲੇ ਸਾਰੇ ਵੇਖਦਾ ਪਿਆ ਵੀ ਜੰਮ ਕਿਹਨੂੰ ਪੈਂਦੇ ਨੇ ਜਿਹੜੇ ਜੰਜਾਲ 'ਚ ਫਸ ਗਏ। ਮੈਨੂੰ ਆਪਣਾ ਡਰ ਪੈ ਗਿਆ, ਮੈਂ ਜੰਜਾਲ 'ਚੋਂ ਨਿਕਲਿਆ ਨਹੀਂ ਅਤੇ ਇਹੋ ਹੀ ਜੰਜਾਲ ਜਮਾਂ ਦਾ ਕਾਰਨ ਬਣ ਜਾਣਾ ਅਤੇ ਮੈਨੂੰ ਇਸ ਜੰਜਾਲ ਦੇ ਵਿੱਚੋਂ ਬਾਹਰ ਕੱਢ ਲਓ। ਜਦੋਂ ਇਹ ਬੇਨਤੀ ਕੀਤੀ ਜਾਂਦੀ ਅਤੇ ਫਿਰ ਗੁਰੂ ਕਿਰਪਾ ਕਰਦਾ ਹੈ, ਗੁਰੂ ਬਾਹਰ ਕੱਢਦਾ ਹੈ। ਗੁਰੂ ਕੋ ਕਿਆ ਆਪ ਮੁਕਤ ਹੈ, ਮਹਾਰਾਜ ਕਹਿੰਦੇ ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਗੁਰੂ ਮੁਕਤ ਹੈ। ਉਹ ਗੁਰੂ ਨੂੰ ਇਸ ਸੰਸਾਰ ਦਾ ਵੀ ਪਤਾ ਕਿਉਂ ਕਿੱਦਾਂ ਫਸਦੇ ਨੇ, ਕਿਉਂਕਿ ਗੁਰੂ ਦਰਵਾਜ਼ਾ ਹੈ, ਦੋਨੋਂ ਪਾਸਿਆਂ ਦਾ ਪਤਾ, ਸੰਸਾਰ ਦਾ ਵੀ ਪਤਾ ਅਤੇ ਨਿਰੰਕਾਰ ਦਾ ਵੀ ਪਤਾ। ਗੁਰੂ ਕੱਢ ਸਕਦਾ, ਗੁਰੂ ਨੂੰ ਪਤਾ ਕਿਹਨੂੰ ਕਿੱਦਾਂ ਕੱਢਣਾ। ਸਾਰਿਆਂ ਦਾ ਰਾਹ ਇੱਕੋ ਹੀ ਥੋੜ੍ਹੀ ਹੈ। ਹੁਣ ਜਿਹਨੂੰ ਵੀ ਜੰਜਾਲ 'ਚੋਂ ਕੱਢਿਆ ਗੁਰੂ ਨੇ, ਸੋ ਉਹ ਰਾਸਤੇ ਇੱਕੋ ਹੀ ਥੋੜ੍ਹੀ ਸੀਗੇ। ਕਿਸੇ ਨੂੰ ਕਿਸੇ ਤਰੀਕੇ ਨਾਲ ਕੱਢ ਦਿੱਤਾ, ਕਿਸੇ ਨੂੰ ਕਿਸੇ ਤਰੀਕੇ ਨਾਲ ਕੱਢ ਦਿੱਤਾ। ਜਦੋਂ ਗੁਰੂ ਨੂੰ ਬੇਨਤੀ ਕੀਤੀ, ਉਹਨੇ ਇਸ ਸੰਸਾਰ 'ਚੋਂ ਬਾਹਰ ਕੱਢ ਦਿੱਤਾ। ਭਗਤ ਨਾਮਦੇਵ ਜੀ ਨੇ ਆਪਣੇ ਹਿਸਾਬ ਦੇ ਨਾਲ ਇਸ ਸੰਸਾਰ ਦੀ ਬਣਤਰ ਦੱਸੀ ਹੈ, ਨਿਰੰਕਾਰ ਦੇ ਦੇਸ਼ ਦੀਆਂ ਗੱਲਾਂ ਕੀਤੀਆਂ। ਸੋ ਫਿਰ ਸੰਸਾਰ 'ਚ ਜੀਵ ਆ ਗਿਆ, ਉਹ ਗੱਲਾਂ ਕੀਤੀਆਂ। ਇੱਥੋਂ ਬਚਣਾ ਕਿਵੇਂ ਆ, ਉਹ ਢੰਗ ਤਰੀਕਾ ਭਗਤ ਜੀ ਨੇ ਦੱਸਿਆ। ਗੁਰੂ ਕਿਰਪਾ ਕਰੇ, ਮਹਾਰਾਜ ਪਾਵਨ ਪਵਿੱਤਰ ਗਿਆਨ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਘੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕਰ ਵਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਗਰਧਾਰੀਆਂ। ਪੰਚ ਦੂਤ ਦਵਾਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ, ਨਾਮ ਹਰਖੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤ ਗੁਰ ਰਹਿਆ ਭਰਪੂਰ। ਬਿਨ ਭਗਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ, ਪਵਿੱਤ ਸਤ ਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜੀਓ ਪਿੰਡ ਸਭ ਤੇਰੀ ਦਾਸ। ਤੁਮ ਮਾਤ ਪਿਤਾ
ਨਾਰਿਆਂ ਨਾਲ ਜਿਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆਂ ਸਿੱਖੀ ਸਿੱਧਕੀ ਸੱਚ ਮਸਾ ਨਾਮ ਤੇਨਾਂ ਸੋਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਗੁਰਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਤਿਹ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਧਿਆਨ ਚੇਤੇ ਆਪ ਦਾ ਸਦਕਾ ਸਰ ਸੁਖ ਹੋਵੇ ਜਾਂ ਜਨ ਖਾਲਸਾ ਜੀ ਸਹਾਇਤਾ ਦਾ ਖਿਆਲੇ ਆਏ ਦੇਖ ਦੇਖ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਪਾਤੇ ਬੋਲੋ ਜੀ ਸਿੱਖਾਂ ਨੂੰ